ਨਾ ਹੁਣ ਮੇਰੇ ਵਿਆਹ ਦਾ ਕਾਰਡ ਸੀ, ਮੈਨੂੰ ਆਰਐਸਐਸ ਵਾਲਿਆਂ ਨੇ ਤਾਂ ਨਹੀਂ ਆ ਕੇ ਕਿਹਾ ਵੀ ਅੰਗਰੇਜ਼ੀ 'ਚ ਛਾਪ, ਜਾਂ ਕਿਸੇ ਹੋਰ ਬੰਦੇ ਨੇ ਤਾਂ ਨਹੀਂ ਆ ਕੇ ਕਿਹਾ। ਉਹ ਤਾਂ ਮੈਂ ਆਪਦੀ ਮਰਜ਼ੀ ਨਾਲ ਛਾਪਿਆ, ਉਹ ਤਾਂ ਅਸੀਂ ਅੰਗਰੇਜ਼ੀ 'ਚ ਛਾਪਦੇ ਹਾਂ। ਫਿਰ ਕਮੀ ਤਾਂ ਸਾਡੇ 'ਚ ਹੋਈ ਨਾ। ਅਸੀਂ ਦੂਜੇ ਨੂੰ ਤਾਂ ਫੱਟ ਦੇਣੀ ਕਹਿ ਦਿੰਦੇ ਆ ਵੀ ਉਹ ਸਾਡੇ ਤੋਂ ਪੰਜਾਬੀ ਖੋਹ ਲੈ ਗਏ ਜੀ, ਆ ਅੰਗਰੇਜ਼ ਸਾਡੇ 'ਚ ਐਂ ਕਰ ਗਏ ਜੀ। ਅੰਗਰੇਜ਼ਾਂ ਨੂੰ ਗਏ ਨੂੰ 76 ਸਾਲ ਹੋ ਚੱਲੇ, ਤੁਸੀਂ ਅੱਜ ਤੱਕ ਮੁੜ ਕੇ ਦੁਬਾਰਾ ਕੀ ਕੀਤਾ? ਵੀ ਸਾਡੀ ਜਿਹੜੇ ਮਾਂ-ਬਾਪ ਹੈ ਨਾ, ਉਹਨਾਂ ਵਾਸਤੇ ਸਰਕਾਰੀ ਨੌਕਰੀ ਹੀ ਕੋਈ ਕੰਮ ਹੈ। ਉਸ ਤੋਂ ਇਲਾਵਾ ਚਾਹੇ ਤੁਸੀਂ ਲੱਖਾਂ ਦਾ ਕੰਮ ਕਰ ਰਹੇ ਹੋ, ਤੁਹਾਡੇ ਵਾਸਤੇ ਕੰਮ ਹੀ ਨਹੀਂ ਹੈ। ਮਾਂ-ਬਾਪ ਜ਼ਿਆਦਾ ਪਿੱਛੇ ਪਏ ਹੋਏ ਆ ਵੀ ਨਾ ਇੱਥੇ ਕੱਖ ਨਹੀਂ ਆ ਪੁੱਤ, ਤੂੰ ਬਾਹਰ ਚੱਲ। ਕਰਜ਼ੇ ਚੱਕ ਕੇ ਉਹਦਾ ਇੱਥੇ ਕਾਰੋਬਾਰ ਨਹੀਂ ਖਿਲਾਉਣਗੇ। ਕਿਉਂ? ਕਿਉਂਕਿ ਇੱਥੇ ਰਿਸ਼ਤੇਦਾਰ ਪੁੱਛਦੇ ਜੀ ਮੁੰਡਾ ਕੀ ਕਰਦਾ ਯਾਰ, ਅਸੀਂ ਉਹਨਾਂ ਨੂੰ ਕੀ ਦੱਸਾਂਗੇ ਵੀ ਮੁੰਡਾ ਰੇਹੜੀ ਲਾਉਂਦਾ ਜਾਂ ਮੁੰਡਾ ਦੁਕਾਨ ਖੋਲੀ ਬੈਠਾ। ਮਤਲਬ ਸਾਨੂੰ ਜਿਹੜਾ ਬਾਬਾ ਨਾਨਕ ਫਲਸਫਾ ਦੇ ਕੇ ਗਿਆ ਕਿਰਤ ਕਰਨ ਦਾ, ਉਹਨਾਂ ਨੇ ਕਿਹਾ ਵੀ ਕਿਰਤ ਕਰੋ, ਕਿਰਤ ਕਿਸੇ ਵੀ ਪ੍ਰਕਾਰ ਦੀ ਕਰੋ, ਮਾੜੀ ਨਾ ਕਰੋ, ਹੱਕ ਸੱਚ ਦੀ ਕਰੋ। ਸਾਡੇ ਲੋਕਾਂ ਨੇ ਤਾਂ ਬਸ ਨੌਕਰੀ, ਸਰਕਾਰੀ ਨੌਕਰੀ ਨੂੰ ਇੱਕ ਰੱਬ ਬਣਾ ਲਿਆ ਵੀ ਬਸ ਸਰਕਾਰੀ ਨੌਕਰੀ ਤੋਂ ਹੇਠਾਂ ਕੁਝ ਹੈ ਹੀ ਨਹੀਂ। ਜਿਸ ਵਿੱਚ ਮਾਂ ਕਹਿਣਾ ਸਿੱਖਿਆ, ਉਸੇ ਵਿੱਚ ਨਾ ਰਿਹਾ ਮਜ਼ਾਕ ਕਿਉਂ, ਮੇਰੀ ਹੀ ਧਰਤੀ ਤੇ ਮੈਨੂੰ ਬੋਲਣ ਤੇ ਮਿਲੇ ਸਜ਼ਾ ਕਿਉਂ। ਤੂੰ ਜਿਸ ਤੋਂ ਦਿੱਤਾ ਪ੍ਰਤੀਕ ਸਿਆ, ਮੈਂ ਉਹ ਫਾਇਦਾ ਬੋਲਦਾ ਹਾਂ। ਹੁਣ ਮੈਨੂੰ ਹੀ ਤੂੰ ਦੱਸਦਾ ਏ ਬੋਲੀ ਨੁਕਸਾਨ ਵਾਲੀ, ਤੂੰ ਜਿਸ ਤੋਂ ਲਿੱਤਾ ਪ੍ਰਤੀਕ ਸਿਆ, ਮੈਂ ਉਹ ਫਾਇਦਾ ਬੋਲਦਾ ਹਾਂ। ਅੰਗਰੇਜ਼ੀ ਦੇ ਦਿਖਾਵੇ ਹੇਠਾਂ ਦੱਬਿਆ ਹੋਇਆ ਮੈਂ, ਮਾਂ ਬੋਲੀ ਪੰਜਾਬੀ ਵਾਲਾ ਕਾਇਦਾ ਬੋਲਦਾ। ਜਿਹੜੀ ਮਾਂ ਬੋਲੀ ਆ ਪੰਜਾਬੀ, ਉਹ ਸਾਡੀ ਬੋਲੀ ਹੈ। ਸਰਕਾਰ ਸਾਨੂੰ ਚੇਤਾਵਨੀ ਦੇ ਰਹੀ ਹੈ। ਫਿਰ ਸਰਕਾਰ ਕਹਿੰਦੀ ਅਸੀਂ ਜੁਰਮਾਨਾ ਲਾਵਾਂਗੇ ਜੇ ਤੁਸੀਂ ਆਪਦੀ ਬੋਲੀ ਹੀ ਨਾ ਲਿਖੀ। ਇਹ ਤਾਂ ਫਿਰ ਲੱਖ ਦੀ ਲਾਹਨਤ ਲੋਕਾਂ ਵਾਸਤੇ, ਪੰਜਾਬੀਆਂ ਵਾਸਤੇ ਆਪ ਹੋਈ ਨਾ। ਮੈਂ ਇੱਕ ਗੱਲ ਇੱਥੇ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਲਿਟਰੇਚਰ ਹੈ, ਸਾਹਿਤ ਹੈ, ਸਭ ਤੋਂ ਵੱਧ ਅੰਗਰੇਜ਼ੀ 'ਚ ਹੈ। ਦੂਜੇ ਨੰਬਰ 'ਤੇ ਜੇ ਸਭ ਤੋਂ ਵੱਧ ਸਾਹਿਤ ਕਿਸੇ 'ਚ ਲਿਖ ਹੋਇਆ ਕਿਹੜੀ ਭਾਸ਼ਾ 'ਚ, ਉਹ ਪੰਜਾਬੀ ਭਾਸ਼ਾ ਹੈ। ਕਿੰਨੇ ਹੀ ਲੇਖਕ, ਸ਼ਿਵ ਕੁਮਾਰ ਬਟਾਲਵੀ, ਸ਼ਿਵ ਸਿੰਘ ਨਹੀਂ ਹੈ ਹੁਣ ਜਿਹੜੇ ਇੱਥੇ ਭਾਸ਼ਾ ਨੂੰ ਧਰਮ ਨਾਲ ਜੋੜਦੇ ਆ, ਉਹਨਾਂ ਵਾਸਤੇ ਲੱਖ ਦੀ ਲਾਹਨਤ ਹੈ। ਪੰਜਾਬ ਦੀ ਭਾਸ਼ਾ ਪੰਜਾਬੀ ਹੈ। ਉਹ ਭਾਵੇਂ ਪੰਜਾਬ ਦਾ ਹਿੰਦੂ ਹੋਵੇ, ਪੰਜਾਬ ਦਾ ਮੁਸਲਮਾਨ ਹੋਵੇ, ਪੰਜਾਬ ਦਾ ਸਿੱਖ ਹੋਵੇ, ਪੰਜਾਬ ਦਾ ਈਸਾਈ ਹੋਵੇ। ਤੁਸੀਂ ਲੋਕਾਂ ਨੂੰ ਤਾਂ ਕਹਿਤਾ ਵੀ ਬੋਰਡਾਂ 'ਤੇ ਪੰਜਾਬੀ ਲਿਖੋ, ਬਿਲਕੁਲ, ਪਰ ਜਿਹੜੀ ਨਵੀਂ ਪਨੀਰੀ ਆ ਉਹਨਾਂ ਨੇ ਹੁਣ ਬੋਰਡਾਂ ਤੋਂ ਨਹੀਂ ਪੰਜਾਬੀ ਸਿੱਖਣੀ, ਉਹਨਾਂ ਨੇ ਤਾਂ ਸਕੂਲਾਂ 'ਚੋਂ ਸਿੱਖ ਕੇ ਆਣੀ ਆ। ਸਕੂਲ ਵਾਲੇ ਕਹਿੰਦੇ ਵੀ ਤੁਸੀਂ ਪੰਜਾਬੀ ਬੋਲਣੀ ਨਹੀਂ ਹੈ, ਜੇ ਤੁਸੀਂ ਬੋਲੋਗੇ ਤੁਹਾਡੇ 'ਤੇ ਜੁਰਮਾਨਾ। ਪੰਜਾਬੀ 'ਚ ਬੋਰਡ ਤਾਂ ਲਿਖਵਾ ਲੈਣੇ, ਪੜ੍ਹਨੀ ਕਿਹਨੇ ਆ ਜੇ ਪੜ੍ਹਨੀ ਵੀ ਨਹੀਂ ਆਈ ਕਿਸੇ ਨੂੰ। ਅੱਜ ਦੀ ਪਨੀਰੀ ਤਾਂ ਪੜ੍ਹ ਲੂਗੀ, ਜਿਹੜੀ ਆਉਣ ਵਾਲੀ ਹੈ ਉਹਨੂੰ ਤਾਂ ਸਕੂਲਾਂ 'ਚ ਜੁਰਮਾਨੇ ਲੱਗ ਰਹੇ ਆ ਵੀ ਤੁਸੀਂ ਪੰਜਾਬੀ ਬੋਲ ਕੇ ਦਿਖਾਓ। ਮੁੰਡੇ ਸਰਦਾਰਾਂ ਦੇ, ਮੁੰਡੇ ਪੰਜਾਬੀਆਂ ਦੇ, ਪੰਜਾਬ 'ਚ ਜੰਮੇ ਹੋਏ ਆ। ਪੰਜਾਬ ਦੇ ਧੀ ਪੁੱਤ ਨੂੰ ਪੰਜਾਬ ਦੀ ਧਰਤੀ 'ਤੇ ਸਕੂਲ ਬਣਿਆ ਹੋਇਆ, ਕਹਿੰਦਾ ਵੀ ਨਾ। ਪਹਿਲੀ ਗੱਲ ਤਾਂ ਭੰਗੜੇ ਨੂੰ ਭੰਗੜਾ ਕਹਿੰਦੇ ਆ, ਬਹੁਤ ਸਾਰੇ ਜਵਾਕ ਇੱਦਾਂ ਦੇ ਆ ਪੰਜਾਬ ਦੇ। ਹਾਂ, ਪੰਜਾਬ ਦੇ। ਮੇਰੇ ਨਾਲ ਆਪ ਨਾਲ ਹੋਇਆ, ਮੈਂ ਕੈਬ ਬੁੱਕ ਕੀਤੀ, ਬੰਦਾ ਸਰਦਾਰ ਪੱਗ ਬੰਨੀ ਬੈਠਾ, ਮੇਰੇ ਸਿਰ 'ਤੇ ਪੱਗ ਹੈ। ਮੈਨੂੰ ਕਹਿੰਦਾ ਹਾਂਜੀ ਭਾਜੀ ਕਹਾਂ ਜਾਏਂਗੇ। ਉਹ ਮੈਂ ਕਿਹਾ ਯਾਰ ਤੇਰੇ ਸਿਰ 'ਤੇ ਪੱਗ ਆ, ਮੇਰੇ ਸਿਰ 'ਤੇ ਪੱਗ ਆ, ਮੈਂ ਪੰਜਾਬ ਦਾ ਜੰਮਿਆ, ਤੂੰ ਪੰਜਾਬ ਦਾ ਜੰਮਿਆ, ਗੱਡੀ ਤੇਰੀ PB ਨੰਬਰ ਆ, ਤੂੰ ਪੰਜਾਬੀ 'ਚ ਗੱਲ ਕਰ ਲਾ। ਕੁੜੀਆਂ ਮੁੰਡੇ ਇੱਥੇ ਆਉਂਦੇ ਨੇ ਇੰਗਲਿਸ਼ ਸਿੱਖਣ ਦੇ ਚੱਕਰਾਂ ਵਿੱਚ ਕੀ ਪੰਜਾਬੀ ਗਵਾ ਬੈਠੇ ਨੇ। ਉੱਥੇ ਜਾ ਕੇ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਅਪਗ੍ਰੇਡ ਦਿਖਾਉਣ ਵਾਸਤੇ ਵੀ ਅਸੀਂ ਪਤਾ ਨਹੀਂ ਕਿੱਡੇ ਵੱਡੇ ਆ, ਤਾਂ ਉਹ ਕਹਿਣਗੇ ਵੀ ਚੂਜ਼ ਸੈਂਡਵਿਚ ਪਲੀਜ਼, ਹੈ ਨਾ, ਜਾਂ ਐਸੇ ਦੇ ਦੀਜੀਏ। ਭਲੇ ਚੰਗੇ ਸਰਦਾਰ ਹੋਣਗੇ। ਹੁਣ ਲੋਕ ਆਪਣੇ ਪੰਜਾਬ 'ਚ ਕਾਮ ਚਰਚਾ ਚੱਲਦੀ ਹੈ ਜੀ, ਦੇਖੋ ਜੀ RSS ਨੇ ਸਾਡੀ ਭਾਸ਼ਾ ਦੱਬਤੀ, ਫਲਾਣਿਆਂ ਨੇ ਐਂ ਕਰਤਾ, ਧਮਕਾਣਿਆਂ ਨੇ ਐਂ ਕਰਤਾ। ਪਹਿਲੀ ਗੱਲ ਤਾਂ ਲਾਹਨਤ ਦੀ ਗੱਲ ਮੈਂ ਪਹਿਲਾਂ ਵੀ ਕਹੀ ਸੀ ਵੀ ਕਿੱਡੀ ਲਾਹਨਤ ਦੀ ਗੱਲ ਹੈ, ਸਾਨੂੰ ਆਪ ਦੀ ਬੋਲੀ ਲਿਖਾਉਣ ਵਾਸਤੇ ਸਰਕਾਰ ਚੇਤਾਵਨੀ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ, ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਕਿ 21 ਫਰਵਰੀ ਨੂੰ ਪੰਜਾਬੀ ਮਾਂ ਬੋਲੀ ਹਰ ਇੱਕ ਬੋਰਡ ਉੱਤੇ ਲਿਖੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਵੀ ਚਰਚਾ ਹੋ ਰਹੀ ਸੀ ਕਿ ਵਾਕਈ ਹੀ ਪੰਜਾਬ ਦੇ ਲੋਕ ਇਸ ਉੱਪਰ ਅਮਲ ਕਰ ਲੈਣਗੇ। ਤਾਂ ਸਰਬੰਸ ਪ੍ਰਤੀਕ ਨਾਲ ਗੱਲਬਾਤ ਕਰਾਂਗੇ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਨੌਜਵਾਨ ਕੀ ਸੋਚਦਾ, ਔਰ ਇਹ ਵੀ ਜਾਣਾਂਗੇ ਕਿ ਸਿਰਫ ਕੈਮਰੇ ਅੱਗੇ ਨੌਜਵਾਨ ਬੋਲਦਾ ਕਿ ਕੁਛ ਇਹਨੇ ਵੀ ਪੰਜਾਬੀ ਮਾਂ ਬੋਲੀ ਵਾਸਤੇ ਕੀਤਾ। ਸਰਬੰਸ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। 21 ਫਰਵਰੀ ਤੱਕ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬੀ ਦੇ ਵਿੱਚ ਆਪਣੇ ਬੋਰਡ ਲਿਖ ਲਓ, ਕਿ ਪੰਜਾਬੀਆਂ ਨੇ ਉਸ ਉੱਪਰ ਅਮਲ ਕੀਤਾ। ਮੈਨੂੰ ਨਹੀਂ ਲੱਗਦਾ ਜੀ ਉਸ ਪੱਧਰ 'ਤੇ ਕੀਤਾ ਜਿਸ ਪੱਧਰ 'ਤੇ ਕਰਨਾ ਚਾਹੀਦਾ ਸੀ। ਹਾਂ, ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਜਿਹੜੀ ਮੈਨੂੰ ਆਪ ਬੜੀ ਹੈਰਾਨਜਨਕ ਲੱਗੀ ਹੈ ਵੀ ਜਿਹੜੀਆਂ ਤਾਂ ਬਾਹਰ ਦੀਆਂ ਕੋਈ ਫਰੈਂਚਾਈਜ਼ੀਆਂ ਨੇ, ਬਾਹਰ ਦੀਆਂ ਕੰਪਨੀਆਂ ਨੇ, ਜਿਵੇਂ ਕੋਈ KFC ਆ ਜਾਂ ਹੋਰ ਹੈ ਨਾ, ਉਹਨਾਂ ਨੇ ਤਾਂ ਪੰਜਾਬੀ ਲਿਖ ਲਈ ਹੈ, ਪਰ ਜਿਹੜੇ ਸਾਡੇ ਪੰਜਾਬੀ ਬੰਦਿਆਂ ਦੇ ਕਾਰੋਬਾਰ ਹੈ, ਜਿਨ੍ਹਾਂ ਦੇ ਇੱਥੇ ਆਪ ਦੀਆਂ ਦੁਕਾਨਾਂ ਹੈ, ਉਹਨਾਂ ਨੇ ਲਿਖੀਆਂ ਨਹੀਂ।
ਹਾਲੇ ਤੱਕ ਆ ਇੱਥੋਂ ਤੱਕ ਕਿ ਸਰਕਾਰ ਨੂੰ ਇਹ ਵੀ ਕਹਿਣਾ ਪੈ ਗਿਆ ਵੀ ਜਿਹੜੇ ਛੋਟੇ ਦੁਕਾਨਦਾਰ ਹੈ ਜੇ ਉਹਨਾਂ ਕੋਲ ਬੋਰਡ ਲਿਖਾਉਣ ਦੇ ਪੈਸੇ ਤੱਕ ਨਹੀਂ ਹੈ ਤਾਂ ਅਸੀਂ ਪੈਸੇ ਦੇ ਦਿੰਦੇ ਆ। ਹੁਣ ਗੱਲ ਇਹ ਸਵਾਲ ਇੱਥੇ ਖੜਾ ਹੁੰਦਾ ਵੀ ਉਹ ਪੈਸੇ ਆਉਣਗੇ ਤਾਂ ਕਿਹੜੇ ਤਰੀਕੇ ਨਾਲ ਆਉਣਗੇ। ਪਹਿਲੀ ਗੱਲ ਤਾਂ ਇਹ ਆ ਵੀ ਬੋਰਡ, ਇੱਕ ਨਵਾਂ ਬੋਰਡ ਲਾਉਣ ਤੇ ਖਰਚਾ ਕਿੰਨਾ ਕੁ ਹੁੰਦਾ। ਬਹੁਤ ਸਾਰੀਆਂ ਦੁਕਾਨਾਂ ਦੇ ਜਿਹੜੇ ਬੋਰਡ ਨੇ ਉਹ ਤਾਂ ਜਿਹੜੀਆਂ ਕੰਪਨੀਆਂ ਨੇ, ਜਿੱਦਾਂ ਕੋਈ ਕੋਕਾ ਕੋਲਾ ਹੈ ਜਾਂ ਕੋਈ ਪੈਪਸੀ ਹੈ ਜਾਂ ਕੋਈ ਹੋਰ ਕੰਪਨੀ ਹੈ, ਉਹ ਨਾਲੇ ਆਪ ਦੀ ਐਡਵਰਟਾਈਜ਼ਮੈਂਟ ਕਰ ਜਾਂਦੇ ਤੇ ਨਾਲੇ ਤੁਹਾਡਾ ਬੋਰਡ ਬਣਾ ਕੇ ਦੇ ਜਾਂਦੇ ਆ। ਤਾਂ ਹੁਣ ਸਰਕਾਰ ਸਿੱਧਾ ਉਹਨਾਂ ਨਾਲ ਵੀ ਗੱਲ ਕਰ ਸਕਦੀ ਹੈ ਵੀ ਭਾਈ ਤੁਸੀਂ ਜਿੱਥੇ ਵੀ ਬੋਰਡ ਲਾ ਰਹੇ ਹੋ ਤੁਸੀਂ ਪੰਜਾਬੀ ਦੇ ਵਿੱਚ ਬੋਰਡ ਲਾਓ। ਉੱਥੇ ਇੱਕ ਨੋਟੀਫਿਕੇਸ਼ਨ ਉਹਨਾਂ ਨੂੰ ਵੀ ਜਾਰੀ ਕਰ ਦਿਓ, ਹੈ ਨਾ, ਇੱਕ ਲਿਖ ਕੇ ਉਹਨਾਂ ਨੂੰ ਵੀ ਦੇ ਦਿਓ। ਹੁਣ ਪ੍ਰੋਬਲਮ ਸਭ ਤੋਂ ਵੱਡੀ ਤਾਂ ਇਹ ਆ ਗਈ ਵੀ ਜਦੋਂ ਇਸ ਚੀਜ਼ ਦਾ ਜਿਹੜਾ ਇਹ ਫਰਮਾਨ ਜਾਰੀ ਹੋਣਾ ਸੀ, ਉਹ ਫਰਮਾਨ ਆਪਣੇ ਆਪ 'ਚ ਅੰਗਰੇਜ਼ੀ 'ਚ ਜਾਰੀ ਹੋਇਆ ਪਹਿਲੇ ਨੰਬਰ 'ਤੇ, ਠੀਕ ਹੈ ਜੀ। ਦੂਜੇ ਨੰਬਰ 'ਤੇ ਹੁਣ ਕਿੰਨੇ ਹੀ ਸਰਕਾਰੀ ਅਦਾਰੇ ਐਸੇ ਆ, ਹਾਲੇ ਵੀ ਸਰਕਾਰੀ ਅਦਾਰੇ ਐਸੇ ਆ ਜਿੱਥੇ ਪੰਜਾਬੀ ਨਹੀਂ ਲਿਖੋਈ। ਹੁਣ ਉਹ ਸਰਕਾਰ ਪਹਿਲਾਂ ਆਪਦੇ ਅਦਾਰਿਆਂ ਨੂੰ ਤਾਂ ਸਹੀ ਕਰ ਲਵੇ, ਚਲੋ ਜਿਹੜੀ ਅਗਲੀ ਪਬਲਿਕ ਪ੍ਰਾਪਰਟੀ ਉਹ ਤਾਂ ਹੈ ਹੀ ਆ। ਦੂਸਰਾ ਜਿਹੜੇ ਲੋਕ ਹੈ, ਹੁਣ ਲੋਕ ਆਪਣੇ ਪੰਜਾਬ 'ਚ ਕਾਮ ਚਰਚਾ ਚੱਲਦੀ ਹੈ ਜੀ, ਦੇਖੋ ਜੀ RSS ਨੇ ਸਾਡੀ ਭਾਸ਼ਾ ਦੱਬਤੀ, ਫਲਾਣਿਆਂ ਨੇ ਐਂ ਕਰਤਾ, ਧਮਕਾਣਿਆਂ ਨੇ ਐਂ ਕਰਤਾ। ਪਹਿਲੀ ਗੱਲ ਤਾਂ ਲਾਹਨਤ ਦੀ ਗੱਲ ਮੈਂ ਪਹਿਲਾਂ ਵੀ ਕਹੀ ਸੀ ਵੀ ਕਿੱਡੀ ਲਾਹਨਤ ਦੀ ਗੱਲ ਹੈ, ਸਾਨੂੰ ਆਪ ਦੀ ਬੋਲੀ ਲਿਖਾਉਣ ਵਾਸਤੇ ਸਰਕਾਰ ਚੇਤਾਵਨੀ ਦੇ ਰਹੀ ਹੈ। ਸਾਡੀ ਉਹ ਬੋਲੀ ਹੈ ਨਾ ਪੰਜਾਬੀ, ਸਰਕਾਰ ਦੀ ਬੋਲੀ ਤਾਂ ਹੈ ਨਹੀਂ। ਉਹ ਸਰਕਾਰ ਪੰਜਾਬ ਦੀ ਆ, ਉਹ ਬਾਅਦ ਦੀ ਗੱਲ ਹੈ। ਸਰਕਾਰ ਜਿਹੜੀ ਮਾਂ ਬੋਲੀ ਆ ਪੰਜਾਬੀ, ਉਹ ਸਾਡੀ ਬੋਲੀ ਹੈ। ਸਰਕਾਰ ਸਾਨੂੰ ਚੇਤਾਵਨੀ ਦੇ ਰਹੀ ਹੈ। ਫਿਰ ਸਰਕਾਰ ਕਹਿੰਦੀ ਅਸੀਂ ਜੁਰਮਾਨਾ ਲਾਵਾਂਗੇ ਜੇ ਤੁਸੀਂ ਆਪਦੀ ਬੋਲੀ ਹੀ ਨਾ ਲਿਖੀ। ਇਹ ਤਾਂ ਫਿਰ ਲੱਖ ਦੀ ਲਾਹਨਤ ਲੋਕਾਂ ਵਾਸਤੇ, ਪੰਜਾਬੀਆਂ ਵਾਸਤੇ ਆਪ ਹੋਈ ਨਾ। ਹੁਣ ਕਈ ਇੱਥੇ ਇੱਕ ਸਵਾਲ ਇਹ ਖੜਾ ਹੋ ਜਾਂਦਾ ਵੀ ਜਿਹੜੀ ਪੰਜਾਬੀ ਭਾਸ਼ਾ ਹੈ ਤਾਂ ਸਿਰਫ ਉਹਨਾਂ ਦੀ ਹੈ ਜਿਨ੍ਹਾਂ ਦੇ ਸਿਰ 'ਤੇ ਪੱਗਾਂ ਨੇ, ਜਿਹੜੇ ਸਿੱਖ ਧਰਮ ਨੂੰ ਸੰਬੋਧਨ ਕਰਦੇ, ਸਿਰਫ ਉਹਨਾਂ ਨਾਲ ਸੰਬੰਧਿਤ ਹੈ ਜਿਹੜੇ ਸਿੱਖ ਧਰਮ ਨਾਲ, ਇਹ ਸਿਰਫ ਉਹਨਾਂ ਦੀ ਭਾਸ਼ਾ ਹੈ। ਇਹ ਬਿਲਕੁਲ ਗਲਤ ਹੈ। ਮੈਂ ਇੱਕ ਗੱਲ ਇੱਥੇ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਲਿਟਰੇਚਰ ਹੈ, ਸਾਹਿਤ ਹੈ, ਸਭ ਤੋਂ ਵੱਧ ਅੰਗਰੇਜ਼ੀ 'ਚ ਹੈ। ਦੂਜੇ ਨੰਬਰ 'ਤੇ ਜੇ ਸਭ ਤੋਂ ਵੱਧ ਸਾਹਿਤ ਕਿਸੇ 'ਚ ਲਿਖ ਹੋਇਆ ਕਿਹੜੀ ਭਾਸ਼ਾ 'ਚ, ਉਹ ਪੰਜਾਬੀ ਭਾਸ਼ਾ ਹੈ। ਉਹ ਪੰਜਾਬੀ ਭਾਸ਼ਾ, ਕਿੰਨੇ ਹੀ ਲੇਖਕ, ਸ਼ਿਵ ਕੁਮਾਰ ਬਟਾਲਵੀ, ਸ਼ਿਵ ਸਿੰਘ ਨਹੀਂ ਹੈ ਹੁਣ ਜਿਹੜੇ ਇੱਥੇ ਭਾਸ਼ਾ ਨੂੰ ਧਰਮ ਨਾਲ ਜੋੜਦੇ ਆ, ਉਹਨਾਂ ਵਾਸਤੇ ਲੱਖ ਦੀ ਲਾਹਨਤ ਹੈ। ਉਹਨਾਂ ਨੂੰ ਨੌਲੇਜ ਹੀ ਨਹੀਂ, ਗਿਆਨ ਹੀ ਨਹੀਂ ਹੈ ਵੀ ਜਿਹੜੀ ਭਾਸ਼ਾ ਹੁੰਦੀ ਆ ਉਹ ਕਿਸੇ ਧਰਮ ਦੀ ਨਹੀਂ ਹੋਇਆ ਕਰਦੀ। ਭਾਸ਼ਾ ਖਿੱਤੇ ਦੀ ਹੁੰਦੀ ਆ, ਭਾਸ਼ਾ ਏਰੀਏ ਦੀ ਹੁੰਦੀ ਆ, ਭਾਸ਼ਾ ਜਗ੍ਹਾ ਦੀ ਹੁੰਦੀ ਆ। ਪੰਜਾਬ ਦੀ ਭਾਸ਼ਾ ਪੰਜਾਬੀ ਹੈ। ਉਹ ਭਾਵੇਂ ਪੰਜਾਬ ਦਾ ਹਿੰਦੂ ਹੋਵੇ, ਪੰਜਾਬ ਦਾ ਮੁਸਲਮਾਨ ਹੋਵੇ, ਪੰਜਾਬ ਦਾ ਸਿੱਖ ਹੋਵੇ, ਪੰਜਾਬ ਦਾ ਈਸਾਈ ਹੋਵੇ। ਸਕੂਲਾਂ ਦੇ ਵਿੱਚ ਜੁਰਮਾਨੇ ਲੱਗਦੇ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਉਸ ਸਮੇਂ ਪ੍ਰੋਟੈਸਟ ਹੁੰਦੇ ਨੇ, ਧਰਨੇ ਹੁੰਦੇ ਨੇ। ਬਿਲਕੁਲ। ਤਾਂ ਲੱਗਦਾ ਵੀ ਭਗਵੰਤ ਮਾਨ ਨੂੰ ਸਕੂਲਾਂ 'ਤੇ ਵੀ ਸੋਚਣਾ ਪੈਣਾ, ਮੁੱਖ ਮੰਤਰੀ ਸਾਹਿਬ ਨੂੰ, ਵੀ ਜਿਹੜੇ ਸਕੂਲ ਦੇ ਵਿੱਚ ਜੁਰਮਾਨਾ ਲੱਗਦਾ ਪੰਜਾਬੀ ਮਾਂ ਬੋਲੀ ਬੋਲਣ ਨੂੰ, ਉਸ ਵਾਸਤੇ ਕੀ ਕਰ ਰਹੇ ਨੇ? ਦੇਖੋ, ਸਭ ਤੋਂ ਬੜੀ ਗੱਲ ਤਾਂ ਇਹ ਆ ਵੀ ਜਦੋਂ ਕੋਈ ਵੀ ਸਕੂਲ ਲਾਇਸੈਂਸ ਲੈਂਦਾ ਪੰਜਾਬ ਦੇ ਵਿੱਚ ਆਪਣਾ ਸਕੂਲ ਖੋਲ੍ਹਣ ਵਾਸਤੇ, ਉੱਥੇ ਉਸ ਗਾਈਡਲਾਈਨ ਦੇ ਵਿੱਚ ਹੁੰਦਾ ਵੀ ਜਿਹੜੀ ਇਸ ਖਿੱਤੇ ਦੀ ਫਸਟ ਲੈਂਗੁਏਜ ਹੈ, ਪਹਿਲੀ ਭਾਸ਼ਾ ਹੈ, ਤੁਸੀਂ ਉਹ ਭਾਸ਼ਾ ਪੜ੍ਹਾਉਣੀ ਹੀ ਪੜ੍ਹਾਉਣੀ, ਉਹ ਲਾਜ਼ਮੀ ਹੈ, ਗਾਈਡਲਾਈਨਸ ਦੇ ਵਿੱਚ ਹੈ। ਪਰ ਫਿਰ ਵੀ ਜਿਹੜੇ ਉਹ ਸਕੂਲ ਆ ਉਹ ਜੁਰਮਾਨਾ ਲਾਉਂਦੇ। ਕਿਉਂ ਲਾਉਂਦੇ ਆ? ਉਹ ਇਸ ਕਰਕੇ ਕਿ ਉਹਨਾਂ ਦੀਆਂ ਲੀਡਰਾਂ ਨਾਲ ਗੰਢ ਤੁੱਪਾਂ ਨੇ ਅੰਦਰ ਖਾਤੇ। ਲੀਡਰ ਉਹਨਾਂ ਤੋਂ ਹਿੱਸਾ ਮੰਗਦੇ ਸੀ, ਲੀਡਰ ਉਹਨਾਂ ਤੋਂ ਹਿੱਸਾ ਲੈਂਦੇ ਆ। ਹਿੱਸਾ ਲੈਣਾ ਛੱਡੋ, ਕਈਆਂ ਦੇ ਤਾਂ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਹਿੱਸੇ ਪਾਏ ਹੋਏ ਨੇ। ਹੁਣ ਜਦੋਂ ਉਹਨਾਂ ਦੇ ਹਿੱਸੇ ਹੈ, ਉਹ ਜੁਰਮਾਨਾ ਲਾਉਣ ਵਾਲਿਆਂ 'ਚੋਂ ਆਪ ਹੈ, ਤਾਂ ਉਹ ਫਿਰ ਕਿਵੇਂ ਲੜਾਈ ਲੜਨਗੇ? ਹੁਣ ਇਹ ਤਾਂ ਇਹ ਹੈ ਵੀ ਜਿਹੜੀ ਉਹ ਗਾਈਡਲਾਈਨ ਆ, ਜਿਹੜੀ ਇੱਕ ਤੁਸੀਂ ਨਿਰਦੇਸ਼ ਤੁਸੀਂ ਦਿੱਤੇ ਹੋਏ ਆ ਵੀ ਇਹਨਾਂ ਨਿਰਦੇਸ਼ਾਂ 'ਤੇ ਚੱਲਣਾ। ਹੁਣ ਜੇ ਕੋਈ ਸਕੂਲ ਉਹਨੂੰ ਨਹੀਂ ਮੰਨਦਾ, ਜੁਰਮਾਨਾ ਲਾਉਂਦਾ ਮੰਨ ਲਓ, ਤਾਂ ਫਿਰ ਉਸ ਸਕੂਲ ਦੇ ਖਿਲਾਫ ਕਾਰਵਾਈ ਕਿਹਨੇ ਕਰਨੀ ਹੈ? ਸਰਕਾਰ ਨੇ। ਤਾਂ ਇਹ ਤਾਂ ਸਿੱਧੀ ਜਿਹੀ ਗੱਲ ਹੈ ਵੀ ਸਰਕਾਰ ਨੂੰ ਉਸ ਵਾਸਤੇ ਐਕਸ਼ਨ ਚੱਕਣਾ ਪੈਣਾ। ਤੁਸੀਂ ਲੋਕਾਂ ਨੂੰ ਤਾਂ ਕਹਿਤਾ ਵੀ ਬੋਰਡਾਂ 'ਤੇ ਪੰਜਾਬੀ ਲਿਖੋ, ਬਿਲਕੁਲ, ਪਰ ਜਿਹੜੀ ਨਵੀਂ ਪਨੀਰੀ ਆ ਉਹਨਾਂ ਨੇ ਹੁਣ ਬੋਰਡਾਂ ਤੋਂ ਨਹੀਂ ਪੰਜਾਬੀ ਸਿੱਖਣੀ, ਉਹਨਾਂ ਨੇ ਤਾਂ ਸਕੂਲਾਂ 'ਚੋਂ ਸਿੱਖ ਕੇ ਆਣੀ ਆ। ਸਕੂਲ ਵਾਲੇ ਕਹਿੰਦੇ ਵੀ ਤੁਸੀਂ ਪੰਜਾਬੀ ਬੋਲਣੀ ਨਹੀਂ ਹੈ, ਜੇ ਤੁਸੀਂ ਬੋਲੋਗੇ ਤੁਹਾਡੇ 'ਤੇ ਜੁਰਮਾਨਾ ਜੀ ਨਾ। ਅਸੀਂ ਪੰਜਾਬੀ 'ਚ ਬੋਰਡ ਤਾਂ ਲਿਖਵਾ ਲੈਣੇ, ਪੜ੍ਹਨੀ ਕਿਹਨੇ? ਜੇ ਪੜ੍ਹਨੀ ਨਹੀਂ ਆਈ ਕਿਸੇ ਨੂੰ, ਅੱਜ ਦੀ ਪਨੀਰੀ ਤਾਂ ਪੜ੍ਹ ਲੂਗੀ, ਜਿਹੜੀ ਆਉਣ ਵਾਲੀ ਹੈ ਉਹਨੂੰ ਤਾਂ ਸਕੂਲਾਂ 'ਚ ਜੁਰਮਾਨੇ ਲੱਗ ਰਹੇ ਆ ਵੀ ਤੁਸੀਂ ਪੰਜਾਬੀ ਬੋਲ ਕੇ ਦਿਖਾਓ। ਮੁੰਡੇ ਸਰਦਾਰਾਂ ਦੇ, ਮੁੰਡੇ ਪੰਜਾਬੀਆਂ ਦੇ, ਪੰਜਾਬ 'ਚ ਜੰਮੇ ਹੋਏ ਆ, ਪੰਜਾਬ ਦੇ ਧੀ ਪੁੱਤ ਨੂੰ ਪੰਜਾਬ ਦੀ ਧਰਤੀ 'ਤੇ ਸਕੂਲ ਬਣਿਆ ਹੋਇਆ, ਕਹਿੰਦਾ ਵੀ ਨਾ, ਜਿਸ ਵਿੱਚ ਮਾਂ ਕਹਿਣਾ ਸਿੱਖਿਆ ਉਸੇ ਵਿੱਚ ਨਾ ਰਿਹਾ ਮਜ਼ਾਕ ਕਿਉਂ, ਮੇਰੀ ਹੀ ਧਰਤੀ 'ਤੇ ਮੈਨੂੰ ਬੋਲਣ 'ਤੇ ਮਿਲੇ ਸਜ਼ਾ ਕਿਉਂ।
ਤੂੰ ਜਿਸ ਤੋਂ ਦਿੱਤਾ ਪ੍ਰਤੀਕ ਸਿਆ ਮੈਂ ਉਹ ਫਾਇਦਾ ਬੋਲਦਾ ਹਾਂ। ਹੁਣ ਮੈਨੂੰ ਹੀ ਤੂੰ ਦੱਸਦਾ ਏ ਬੋਲੀ ਨੁਕਸਾਨ ਵਾਲੀ, ਤੂੰ ਜਿਸ ਤੋਂ ਲਿੱਤਾ ਪ੍ਰਤੀਕ ਸਿਆ ਮੈਂ ਉਹ ਫਾਇਦਾ ਬੋਲਦਾ ਹਾਂ। ਅੰਗਰੇਜ਼ੀ ਦੇ ਦਿਖਾਵੇ ਹੇਠਾਂ ਦੱਬਿਆ ਹੋਇਆ ਮੈਂ ਮਾਂ ਬੋਲੀ ਪੰਜਾਬੀ ਵਾਲਾ ਕਾਇਦਾ ਬੋਲਦਾ ਹਾਂ। ਅੱਛਾ ਸਰਪੰਚ, ਕੀ ਵਾਕਿਆ ਹੀ ਪੰਜਾਬ ਦੇ ਕੁੜੀਆਂ ਮੁੰਡੇ ਜਦੋਂ ਚੰਡੀਗੜ੍ਹ ਆਉਂਦੇ ਨੇ ਉਹ ਹਿੰਦੀ ਵਿੱਚ ਗੱਲ ਕਰਦੇ ਨੇ? ਤੁਸੀਂ ਚੰਡੀਗੜ੍ਹ ਵਿੱਚ ਰਹਿੰਦੇ ਹੋ, ਕਾਲਜ ਵਿੱਚ ਪੜ੍ਹਦੇ ਹੋ, ਤੁਸੀਂ ਤਾਂ ਬਖੂਬੀ ਜਾਣਦੇ ਹੋਵੋਗੇ, ਇਹ ਗੱਲ ਸਹੀ ਹੈ? ਬਿਲਕੁਲ, ਕਿਤੇ ਨਾ ਕਿਤੇ ਇਹ ਗੱਲ ਹੈਗੀ ਆ। ਕਿਉਂਕਿ ਮੈਂ ਚਲੋ ਸੱਭਿਆਚਾਰ ਨਾਲ ਜੁੜਿਆ ਹੋਇਆ, ਮੈਂ ਲਿਖਦਾ ਗਾਉਣਾ ਹੈ ਨਾ, ਭੰਗੜੀ ਦੀ ਟੀਮਾਂ ਨੇ ਮੇਰੇ ਕੋਲ, ਸਕੂਲਾਂ ਕਾਲਜਾਂ ਦੇ ਮੁੰਡੇ ਵੀ ਆਉਂਦੇ ਆ। ਹੁਣ ਕਈ ਵਾਰੀ ਅਸੀਂ ਜਦੋਂ ਗੱਲਾਂ ਕਰਦੇ ਨਾ ਤਾਂ ਉਹ ਪਹਿਲੀ ਗੱਲ ਤਾਂ ਭੰਗੜੇ ਨੂੰ ਭੰਗੜਾ ਕਹਿੰਦੇ ਆ, ਬਹੁਤ ਸਾਰੇ ਜਵਾਕ ਇਦਾਂ ਦੇ ਆ ਪੰਜਾਬ ਦੇ। ਹਾਂ ਪੰਜਾਬ ਦੇ ਹੈ ਨਾ, ਪੰਜਾਬ ਦੇ ਵੀ ਦੋ ਪੰਜਾਬ ਹੈ। ਹੁਣ ਇੱਕ ਤਾਂ ਹੈਗਾ ਪੇਂਡੂ ਪੰਜਾਬ, ਉਹਨਾਂ ਨੂੰ ਤਾਂ ਪਤਾ ਸਾਰਾ ਕੁਝ। ਜਿਹੜਾ ਸ਼ਹਿਰੀ ਪੰਜਾਬ ਹੈ ਨਾ, ਉੱਥੇ ਪ੍ਰੋਬਲਮ ਜ਼ਿਆਦਾ, ਉੱਥੇ ਸਮੱਸਿਆ ਜ਼ਿਆਦਾ। ਉੱਥੋਂ ਦੇ ਜਵਾਕ ਜਿਹੜੇ ਆ ਉਹ ਕਿਤੇ ਨਾ ਕਿਤੇ ਹਿੰਦੀ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੰਦੇ ਆ। ਹੁਣ ਜਿੱਦਾਂ ਆਪਣਾ ਮੋਹਾਲੀ ਏਰੀਆ, ਵੈਸੇ ਤਾਂ ਇਹ ਸਾਡਾ ਪੰਜਾਬ ਦਾ ਪੁਆਧ ਏਰੀਆ ਸੀ, ਪੰਜਾਬ ਵਾਲੇ ਦਾ ਮਾਝਾ ਮਾਲਵਾ ਦੁਆਬਾ ਗਿਣਦੇ, ਉਹ ਪੁਆਧ ਨੂੰ ਗਿਣਦੇ ਹੀ ਨਹੀਂ ਕਦੇ ਵੀ, ਹੈ ਨਾ। ਮੈਂ ਇਹ ਵੀ ਗੱਲ ਦੱਸਦਾ ਵੀ ਦੇਖੋ, ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਪਰਸ਼ੀਅਨ 'ਚ, ਉਹਨਾਂ ਨੂੰ ਕਿੰਨੀਆਂ ਹੀ ਭਾਸ਼ਾ ਆਉਂਦੀਆਂ ਸੀ, ਪਰ ਜਦੋਂ ਉਹਨਾਂ ਨੇ ਸਾਨੂੰ ਫਤਿਹ ਬਖਸ਼ੀ ਨਾ ਤਾਂ ਉਹਨਾਂ ਨੇ ਆਪਣੀ ਮਾਂ ਬੋਲੀ ਵਰਤੀ। ਮਾਂ ਬੋਲੀ ਵੀ ਕਿਹੜੀ, ਐਕਚੁਅਲ 'ਚ ਜਿਹੜੀ ਉਹਨਾਂ ਦੀ ਮਾਂ ਦੀ ਬੋਲੀ ਸੀ ਉਹ ਪੁਆਧੀ ਸੀ। ਸਾਡੇ ਪੁਆਧ ਦੇ ਵਿੱਚ ਦਾ ਨੂੰ ਕਾ ਬੋਲਦੇ ਆ, ਦੀ ਨੂੰ ਕੀ ਬੋਲਦੇ ਆ। ਤਾਂ ਮਹਾਰਾਜ ਨੇ ਇਹ ਨਹੀਂ ਕਿਹਾ ਵਾਹਿਗੁਰੂ ਜੀ ਦਾ ਖਾਲਸਾ, ਉਹਨਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਦਾ ਮਤਲਬ ਵੀ ਸਾਡੇ ਗੁਰੂ ਸਾਹਿਬ ਆਪਣੀ ਮਾਂ ਬੋਲੀ ਨਾਲ ਕਿੰਨਾ ਜੁੜੇ ਹੋਏ ਸੀ, ਵੀ ਕਿੰਨੀਆਂ ਭਾਸ਼ਾ ਦਾ ਗਿਆਨ ਹੋਣ ਦੇ ਬਾਵਜੂਦ ਵੀ ਜਦੋਂ ਉਹਨਾਂ ਨੇ ਫਤਿਹ ਬਖਸ਼ੀ, ਜੋ ਉਹਨਾਂ ਦੀ ਐਕਚੁਅਲ ਮਾਤਾ ਗੁਜਰ ਕੌਰ ਜੀ ਦੇ ਪੇਕੇ, ਕਿਉਂਕਿ ਪੁਆਧ ਦੇ ਵਿੱਚ ਹੈ, ਲਖਨੌਰ 'ਚ ਹੈ, ਤਾਂ ਉਹ ਪੁਆਧੀ 'ਚ ਬੋਲ ਕੇ ਗਏ ਆ। ਹੁਣ ਪੁਆਧੀ ਵੀ ਭਾਸ਼ਾ ਕਿਹੜੀ ਆ, ਉਪ ਭਾਸ਼ਾ ਹੈ ਪੰਜਾਬੀ ਦੀ ਹੀ। ਜਿਹੜੇ ਸਾਡੇ ਅੱਜ ਦੇ ਨੌਜਵਾਨ ਆ, ਇੱਥੋਂ ਦੇ ਲੋਕਲ ਹੈ, ਉਹ ਕਿਤੇ ਨਾ ਕਿਤੇ ਜਦੋਂ ਚਾਰ ਬੰਦੇ ਬਾਹਰ ਬੈਠਦੇ ਨਾ, ਜਦੋਂ ਕਿਤੇ ਆਰਡਰ ਵੀ ਕਰਨ ਜਾਂਦੇ ਆ, ਕਿਸੇ ਦੁਕਾਨ ਤੋਂ ਕੋਈ ਸਮਾਨ ਲੈਣ ਜਾਂਦੇ ਆ, ਕਿਉਂਕਿ ਅੱਜ ਕੱਲ੍ਹ ਥੋੜ੍ਹੇ ਆਊਟਲੈਟ ਵੱਧ ਖੁੱਲ੍ਹ ਗਏ ਹੈ ਨਾ, ਚਾਹ ਚੂਹ ਵਾਲੇ ਕੰਮ ਚੱਲ ਪਏ ਆ, ਕਿਤੇ ਕੁਛ ਬਰਗਰ ਟਿੱਕੀਆਂ ਖਾਣ ਚਲੇ ਗਏ। ਹੁਣ ਉੱਥੇ ਜਾ ਕੇ ਉਹ ਪੰਜਾਬੀ 'ਚ ਨਹੀਂ ਕਹਿਣਗੇ, ਉੱਥੇ ਜਾ ਕੇ ਉਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਅਪਗ੍ਰੇਡ ਦਿਖਾਉਣ ਵਾਸਤੇ ਵੀ ਅਸੀਂ ਪਤਾ ਨਹੀਂ ਕਿੱਡੇ ਵੱਡੇ ਆ, ਤਾਂ ਉਹ ਕਹਿਣਗੇ ਵੀ ਚੂਜ਼ ਸੈਂਡਵਿਚ ਪਲੀਜ਼, ਹੈ ਨਾ, ਜਾਂ ਐਸੇ ਦੇ ਦੀਜੀਏ, ਭਲੇ ਚੰਗੇ ਸਰਦਾਰ ਹੋਣਗੇ। ਤਾਂ ਇੱਥੇ ਇਹਨਾਂ ਚੀਜ਼ਾਂ 'ਤੇ ਗੁੱਸਾ ਆਉਂਦਾ ਵੀ ਯਾਰ ਤੁਸੀਂ ਆਪਣੀ ਭਾਸ਼ਾ ਬੋਲਣ ਤੋਂ ਅੱਛਾ ਅੱਗੇ ਦੇਣ ਵਾਲਾ। ਮੇਰੇ ਨਾਲ ਆਪ ਨਾਲ ਹੋਇਆ, ਮੈਂ ਕੈਬ ਬੁੱਕ ਕੀਤੀ, ਬੰਦਾ ਸਰਦਾਰ ਪੱਗ ਬੰਨੀ ਬੈਠਾ, ਮੇਰੇ ਸਿਰ 'ਤੇ ਪੱਗ ਹੈ, ਮੈਨੂੰ ਕਹਿੰਦਾ ਹਾਂਜੀ ਭਾਜੀ ਕਹਾਂ ਜਾਏਂਗੇ। ਉਹ ਮੈਂ ਕਿਹਾ ਯਾਰ ਤੇਰੇ ਸਿਰ 'ਤੇ ਪੱਗ ਆ, ਮੇਰੇ ਸਿਰ 'ਤੇ ਪੱਗ ਆ, ਮੈਂ ਪੰਜਾਬ ਦਾ ਜੰਮਿਆ, ਤੂੰ ਪੰਜਾਬ ਦਾ ਜੰਮਿਆ, ਗੱਡੀ ਤੇਰੀ PB ਨੰਬਰ ਆ, ਤੂੰ ਪੰਜਾਬੀ 'ਚ ਗੱਲ ਕਰ ਲਾ। ਮਤਲਬ ਇਹ ਅਸੀਂ ਇੱਕ ਮਾਹੌਲ ਕ੍ਰੀਏਟ ਕਰ ਲਿਆ ਵੀ ਸ਼ਾਇਦ ਅਸੀਂ ਦੂਜੀ ਭਾਸ਼ਾ ਬੋਲ ਕੇ ਵੱਡੇ ਹੋ ਜਾਾਂਗੇ। ਭਾਸ਼ਾ ਕੋਈ ਮਾੜੀ ਨਹੀਂ, ਅਸੀਂ ਕਿਸੇ ਭਾਸ਼ਾ ਦੇ ਵਿਰੋਧ ਨਹੀਂ, ਪਰ ਆਪ ਦੀ ਭਾਸ਼ਾ ਨੂੰ ਛੱਡਣਾ ਬਹੁਤ ਮਾੜਾ। ਅੱਛਾ ਸਰਪੰਚ, ਕੀ ਆਈਲੈਟਸ ਨੇ ਨੁਕਸਾਨ ਕੀਤਾ ਪੰਜਾਬੀ ਮਾਂ ਬੋਲੀ ਦਾ? ਕਿਉਂਕਿ ਆਈਲੈਟਸ ਤਾਂ ਸਾਰੇ ਇੰਗਲਿਸ਼ ਵਿੱਚ ਹੈ, ਕੁੜੀਆਂ ਮੁੰਡੇ ਇੱਥੇ ਆਉਂਦੇ ਨੇ ਇੰਗਲਿਸ਼ ਸਿੱਖਣ ਦੇ ਚੱਕਰਾਂ ਵਿੱਚ, ਕੀ ਪੰਜਾਬੀ ਗਵਾ ਬੈਠੇ ਨੇ? ਦੇਖੋ, ਕੋਈ ਭਾਸ਼ਾ ਸਿੱਖਣਾ ਗਲਤ ਨਹੀਂ ਹੋ ਸਕਦਾ। ਤੁਸੀਂ ਆਇਲਸ ਕਰਦੇ ਹੋ, ਬਹੁਤ ਸਾਰੇ ਬੰਦੇ ਤਾਂ ਆਇਲਸ ਵੀ ਇਸ ਕਰਕੇ ਕਰਦੇ ਵੀ ਸਿਰਫ ਉਹ ਬਾਹਰ ਚਲੇ ਜਾਣ। ਭਾਸ਼ਾ ਸਿੱਖਣ ਦਾ, ਜੇ ਆਪਾਂ ਕਹੀਏ ਨਾ ਵੀ ਅੰਗਰੇਜ਼ੀ ਭਾਸ਼ਾ ਸਿੱਖਣ ਜਾਂਦੇ ਆ, ਅੰਗਰੇਜ਼ੀ ਭਾਸ਼ਾ ਸਿੱਖਣ ਦਾ ਵੀ ਉੱਥੇ ਮਤਲਬ ਪਹਿਲ ਨਹੀਂ ਹੈ ਅੰਗਰੇਜ਼ੀ ਭਾਸ਼ਾ ਸਿੱਖਣ ਦੀ। ਉਹ ਸਿਰਫ ਇਸ ਕਰਕੇ ਆ ਵੀ ਆ ਪੇਪਰ ਕਲੀਅਰ ਕਰ ਲਈਏ ਜੀ, ਬੈਂਡ ਵਧੀਆ ਆ ਜਾਵੇ ਜੀ, ਆਪਾਂ ਬਾਹਰ ਚੱਲ ਜਾਈਏ ਬਸ। ਮੈਨੂੰ ਇੱਕ ਗੱਲ ਦੱਸੋ, ਆਪਾਂ ਬਾਹਰ ਜਾਂਦੇ ਆ ਕੰਮ ਵਾਸਤੇ, 25-30 ਲੱਖ ਰੁਪਏ ਇੱਥੋਂ ਖਰਚ ਕੇ ਅਸੀਂ 25-30 ਲੱਖ ਰੁਪਏ ਬਾਹਰ ਜਾ ਕੇ ਫਿਰ ਦਿਹਾੜੀਆਂ ਕਰਦੇ ਆ। ਕੀ ਅਸੀਂ ਉਹੀ ਕੰਮ ਇੱਥੇ ਨਹੀਂ ਕਰ ਸਕਦੇ? ਉਹੀ 25-30 ਲੱਖ ਦਾ ਜੇ ਅੱਜ ਇੱਥੇ ਕੋਈ ਬੰਦਾ ਬਜਟ ਲਾ ਕੇ ਆਪਣਾ ਕੰਮ ਕਰੇ ਨਾ, ਤਾਂ ਬਹੁਤ ਕੁਝ ਹੋ ਸਕਦਾ। ਸਾਡੇ ਪੰਜਾਬ ਦੀ ਪ੍ਰੋਬਲਮ ਕੀ ਹੈ ਵੀ ਸਾਡੀ ਜਿਹੜੇ ਮਾਂ-ਬਾਪ ਹੈ ਨਾ, ਉਹਨਾਂ ਵਾਸਤੇ ਸਰਕਾਰੀ ਨੌਕਰੀ ਹੀ ਕੋਈ ਕੰਮ ਹੈ। ਉਸ ਤੋਂ ਇਲਾਵਾ ਚਾਹੇ ਤੁਸੀਂ ਲੱਖਾਂ ਦਾ ਕੰਮ ਕਰ ਰਹੇ ਹੋ, ਤੁਹਾਡੇ ਵਾਸਤੇ ਕੰਮ ਹੀ ਨਹੀਂ ਹੈ। ਹੁਣ ਮੈਂ ਇੱਥੇ 11 ਫੇਸ, ਸਾਡੇ ਦੋ ਭਰਾ ਨੇ, ਉਹ ਟਾਈ ਲਾ ਕੇ ਟਿੱਕੀ ਵੇਚਦੇ ਆ, ਠੀਕ ਹੈ ਜੀ। ਹੁਣ ਉਹ ਕਹਿੰਦੇ ਵੀ ਬਾਈ ਮੈਂ ਉਹਦੀ ਇੰਟਰਵਿਊ ਸੁਣੀ, ਕਹਿੰਦੇ ਯਾਰ ਅਸੀਂ 6 ਮਹੀਨੇ ਨਾਲ ਆਪਣੇ ਘਰਦਿਆਂ ਨੂੰ ਇਹੀ ਨਹੀਂ ਦੱਸ ਸਕੇ ਵੀ ਅਸੀਂ ਟਿੱਕੀ ਵੇਚਦੇ ਆ। ਯਾਰ ਟਿੱਕੀ ਉਹ ਵੇਚਦੇ ਆ, ਕੋਈ ਚਿੱਟਾ ਤਾਂ ਨਹੀਂ ਵੇਚਦੇ। ਅਗਲੇ ਆਪਣੀ ਮਿਹਨਤ ਕਰਕੇ ਖਾ ਰਹੇ ਨਾ, ਆਪਣੇ ਹੱਥ ਦੀ ਮਿਹਨਤ। ਹੋਟਲ ਮੈਨੇਜਮੈਂਟ ਦਾ ਉਹਨਾਂ ਨੇ ਕੋਰਸ ਕੀਤਾ, ਉਹ ਕੋਰਸ ਕਰਕੇ ਆਪ ਸਮਾਨ ਬਣਾ ਕੇ ਆਪ ਵੇਚ ਰਹੇ ਆ। ਸਾਡੇ ਪੰਜਾਬ ਦੇ ਤੁਸੀਂ ਨਿਆਣਿਆਂ ਨੂੰ ਤਾਂ ਕੋਸੀ ਜੰਨੇ ਹੋ, ਇੱਥੇ ਕੁਛ ਨਹੀਂ ਹੈ, ਇੱਥੇ ਕੁਛ ਨਹੀਂ ਹੈ, ਪਰ ਤੁਸੀਂ ਉਹਨਾਂ ਨੂੰ ਕਰਨੇ ਨਹੀਂ ਦੇਣਾ। ਜਦੋਂ ਫਿਰ ਕੁਛ ਤਾਂ ਆਪੇ ਨਹੀਂ ਰਹਿਣਾ ਉਰੇ, ਜਦੋਂ ਤੁਸੀਂ ਉਹਨੂੰ ਕਰਨੀ ਨਹੀਂ ਦੇਣਾ। ਤੁਹਾਡੇ ਵਾਸਤੇ ਸਿਰਫ ਤੇ ਸਿਰਫ ਸਰਕਾਰੀ ਨੌਕਰੀ ਇੱਕ ਕੰਮ ਹੈ, ਉਸ ਤੋਂ ਇਲਾਵਾ ਕੋਈ ਕੰਮ ਨਹੀਂ। ਬਾਹਰ ਜਾਣਾ ਜਾਂ ਬਾਹਰ ਜਾਣਾ। ਹੁਣ ਬਾਹਰ ਜਾ ਕੇ ਉਹ ਲੈਟਰਿੰਗਾਂ ਸਾਫ਼ ਕਰਦੇ ਆ, ਝੂਠੇ ਭਾਂਡੇ ਮਾਂਜਦੇ ਆ, ਤਾਂ ਉੱਥੇ ਪ੍ਰੋਬਲਮ ਕੀ ਹੈ ਵੀ ਬਾਹਰ ਦੇ ਲੋਕ ਇਹ ਨਹੀਂ ਪੁੱਛਦੇ ਤੁਸੀਂ ਕੀ ਕੰਮ ਕਰਦੇ ਹੋ। ਅੱਛਾ ਸਰਪੰਚ, ਜੇ
ਨੌਜਵਾਨ ਬਾਹਰ ਜਾ ਰਿਹਾ, ਆਪਾਂ ਕਹਿੰਦੇ ਖਾਲਸਾ ਰਾਜ ਆਊਗਾ, ਫਿਰ ਖਾਲਸਾ ਰਾਜ ਵਿੱਚ ਰਾਜ ਕਿੰਨੇ ਕਰਨਾ? ਗੱਲ ਤਾਂ ਇਹੀ ਹੈ ਨਾ, ਖਾਲਸਾ ਰਾਜ ਦਾ ਮਤਲਬ ਕੀ ਹੈ? ਪਹਿਲਾਂ ਤਾਂ ਆਪਾਂ ਇਹ ਸਮਝੀਏ, ਖਾਲਸਾ ਰਾਜ ਦਾ ਮਤਲਬ ਇਹ ਨਹੀਂ ਹੈ ਵੀ ਮੇਰੇ ਵਰਗੇ ਨੇ ਰਾਜ ਕਰਨਾ, ਸਰਦਾਰਾਂ ਨੇ ਰਾਜ ਕਰਨਾ, ਸਿੱਖਾਂ ਨੇ ਰਾਜ ਕਰਨਾ। ਖਾਲਸਾ ਰਾਜ ਦਾ ਮਤਲਬ ਹੈ ਪਿਓਰ ਰਾਜ, ਖਾਲਸ ਰਾਜ, ਪਿਓਰ, ਜਿਹਦੇ 'ਚ ਕੋਈ ਉਲਟ ਫੇਰ ਕੋਈ ਆ ਕੋਈ ਫਰੇਬ, ਧੋਖਾ ਧੜੀ, ਜੁਰਮ ਕੁਝ ਨਹੀਂ ਹੋਊਗਾ, ਜਿਹਦੇ ਵਿੱਚ ਦਾਰੂ ਦੇ ਕੇ ਵੋਟਾਂ ਨਹੀਂ ਖਰੀਦ ਹੋਣਗੀਆਂ, ਪੈਸੇ ਦੇ ਕੇ ਵੋਟਾਂ ਨਹੀਂ ਖਰੀਦ ਹੋਣਗੀਆਂ। ਸਾਡੇ ਇੱਥੇ ਤਾਂ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਸਭ ਤੋਂ ਵੱਧ ਦਾਰੂ ਵੰਡਦੀ ਹੈ, ਠੀਕ ਹੈ ਨਾ। ਮੈਂ ਤਾਂ ਇਹ ਕਹਿੰਦਾ ਵੀ ਅੱਜ ਤੋਂ ਪਹਿਲਾਂ ਜਿਹੜੇ ਰਾਜੇ ਮਹਾਰਾਜਿਆਂ ਦਾ ਟਾਈਮ ਸੀ ਉਹ ਜ਼ਿਆਦਾ ਵਧੀਆ ਸੀ। ਤੁਸੀਂ ਰਣ ਦੇ ਮੈਦਾਨ 'ਚ ਆਪਣਾ ਜ਼ੋਰ ਦਿਖਾਉਂਦੇ ਸੀ, ਜਿਹਦਾ ਜ਼ੋਰ ਸੀ ਉਹਦੀ ਸਰਕਾਰ ਹੁੰਦੀ ਸੀ। ਹੁਣ ਤਾਂ ਤੁਹਾਡਾ ਬੇਵਕੂਫ ਬਣਾਉਂਦੇ ਆ, ਝੂਠ ਤੁਹਾਨੂੰ ਬੋਲ ਜਾਂਦੇ ਅਗਲੇ, ਅਸੀਂ ਤੁਹਾਨੂੰ ਆਹ ਦੇ ਦਾਂਗੇ, ਉਹ ਦੇ ਦਾਂਗੇ, ਐਂ ਕਰ ਦਾਂਗੇ, ਉਹ ਕਰ ਦਾਂਗੇ। ਦਾਰੂ ਤੁਹਾਨੂੰ ਦੇ ਜਾਂਦੇ, ਲੀਵਰ ਤੁਹਾਡਾ ਖਰਾਬ ਕਰ ਜਾਂਦੇ ਆ, ਤੀਵੀਆਂ ਨੂੰ ਠੰਡੇ ਪਿਲਾਈ ਜਾਂਦੇ ਆ, ਕਿਸੇ ਨੂੰ ਸਕੂਟੀਆਂ ਦੇ ਜਾਂਦੇ ਆ। ਫਿਰ ਫਾਇਦਾ ਕੀ ਹੈ? ਫਿਰ ਰਾਜ ਕਰਦੇ ਆ ਅਗਲੇ, ਫਿਰ ਅਗਲੇ ਉਹ ਰਾਜ ਖਾਲਸਾ ਰਾਜ ਨਹੀਂ। ਖਾਲਸਾ ਰਾਜ ਦਾ ਮਤਲਬ ਹੈ ਪਿਓਰ ਰਾਜ। ਹਾਂ, ਹੁਣ ਉਹਦੇ ਵਾਸਤੇ ਕੀ ਹੈ ਵੀ ਜਿਹੜਾ ਹੁਣ ਮੈਂ ਉਹੀ ਗੱਲ ਆ ਗਈ ਨਾ ਵੀ ਸਾਡਾ ਪੰਜਾਬ ਦਾ ਜਿਹੜਾ ਨੌਜਵਾਨ ਉਹ ਬਾਹਰ ਜਾ ਰਿਹਾ, ਪਰ ਕਰਨ ਕੀ ਜਾ ਰਿਹਾ? ਸੈੱਟ ਹੋਣ ਤਾਂ ਜਾ ਨਹੀਂ ਰਿਹਾ। ਤੁਸੀਂ ਸੈੱਟ ਹੋ ਜਾਓਗੇ, ਕਿੰਨੇ ਕੁ ਸੈੱਟ ਹੋ ਜਾਓਗੇ ਭਾਈ? ਚਲੋ ਸੈੱਟ ਹੋ ਗਏ ਉੱਥੇ, ਫਿਰ ਮੁੜ ਕੇ ਤੁਹਾਡਾ ਇੱਥੇ ਜਿਹੜਾ ਪੰਜਾਬ ਤੁਸੀਂ ਜੰਮੇ ਪਲੇ, ਇੱਥੇ ਪ੍ਰਾਪਰਟੀਆਂ ਤੁਹਾਡੇ ਇੱਥੇ ਜ਼ਮੀਨ ਜਾਇਦਾਦ ਆ ਉਹ ਕਿੱਥੇ ਵੇਚ ਦੋਗੇ? ਚਲੋ ਇੱਥੇ ਵੇਚਤੀਆਂ, ਕਿਹਨਾਂ ਨੂੰ ਵੇਚਣੀਆਂ ਭਾਈ? ਉਹਦਾ ਫਿਰ ਆ ਕੇ ਅਗਲੇ ਪ੍ਰਵਾਸੀ ਬੰਦੇ ਆ ਕੇ ਬਾਹਰੋਂ ਆ ਕੇ ਖਰੀਦਣਗੇ। ਫਿਰ ਤੁਸੀਂ ਕਹਿੰਦੇ ਹੋ ਸਾਡੇ ਪੰਜਾਬ ਤੇ ਤਾਂ RSS ਭਾਰੀ ਹੋਈ ਪਈ ਆ ਜੀ, ਅਗਲੇ ਗੇਮਾਂ ਖੇਡਦੇ, ਤੁਸੀਂ ਤਾਂ ਗੇਮਾਂ 'ਚ ਆਪ ਫਸਦੇ ਹੋ। ਮੈਂ ਤਾਂ ਚਲੋ ਨੌਜਵਾਨਾਂ ਦੀ ਗਲਤੀ ਹੈ ਹੀ ਹੈ ਵੀ ਉਹ ਬਾਹਰ ਜਾ ਰਹੇ ਆ, ਇੱਕ ਕਰੇਜ਼ ਬਣਿਆ ਹੋਇਆ, ਪਰ ਉਹਨਾਂ ਨੂੰ ਧੱਕਾ ਮਾਰਨ ਵਾਲੇ ਬਾਪ ਹੈ, ਮਾਂ-ਬਾਪ ਜ਼ਿਆਦਾ ਪਿੱਛੇ ਪਏ ਹੋਏ ਆ ਵੀ ਨਾ ਇੱਥੇ ਕੱਖ ਨਹੀਂ ਆ ਪੁੱਤ, ਤੂੰ ਬਾਹਰ ਚੱਲ। ਕਰਜ਼ੇ ਚੱਕ ਕੇ ਉਹਦਾ ਇੱਥੇ ਕਾਰੋਬਾਰ ਨਹੀਂ ਖਿਲਾਉਣਗੇ। ਕਿਉਂ? ਕਿਉਂਕਿ ਇੱਥੇ ਰਿਸ਼ਤੇਦਾਰ ਪੁੱਛਦੇ ਜੀ ਮੁੰਡਾ ਕੀ ਕਰਦਾ? ਯਾਰ ਅਸੀਂ ਉਹਨਾਂ ਨੂੰ ਕੀ ਦੱਸਾਂਗੇ ਵੀ ਮੁੰਡਾ ਰੇਹੜੀ ਲਾਉਂਦਾ ਜਾਂ ਮੁੰਡਾ ਦੁਕਾਨ ਖੋਲੀ ਬੈਠਾ? ਮਤਲਬ ਸਾਨੂੰ ਜਿਹੜਾ ਬਾਬਾ ਨਾਨਕ ਫਲਸਫਾ ਦੇ ਕੇ ਗਿਆ ਕਿਰਤ ਕਰਨ ਦਾ, ਉਹਨਾਂ ਨੇ ਕਿਹਾ ਵੀ ਕਿਰਤ ਕਰੋ, ਕਿਰਤ ਕਿਸੇ ਵੀ ਪ੍ਰਕਾਰ ਦੀ ਕਰੋ, ਮਾੜੀ ਨਾ ਕਰੋ, ਹੱਕ ਸੱਚ ਦੀ ਕਰੋ। ਸਾਡੇ ਲੋਕਾਂ ਨੇ ਤਾਂ ਬਸ ਨੌਕਰੀ, ਸਰਕਾਰੀ ਨੌਕਰੀ ਨੂੰ ਇੱਕ ਰੱਬ ਬਣਾ ਲਿਆ ਵੀ ਬਸ ਸਰਕਾਰੀ ਨੌਕਰੀ ਤੋਂ ਹੇਠਾਂ ਕੁਝ ਹੈ ਹੀ ਨਹੀਂ। ਅੱਛਾ ਸਰਬੰਸ, ਵਿਧਾਨ ਸਭਾ ਦਾ ਸੈਸ਼ਨ ਚੱਲਦਾ ਪਿਆ, 2 ਦਿਨ ਦਾ ਪੈਸਾ ਲੱਗ ਚੁੱਕਿਆ, ਲੱਗਦਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੋਈ ਮੁੱਦੇ ਦੀ ਗੱਲ ਹੋਈ ਹੈ ਪੰਜਾਬ ਦੀ? ਦੇਖੋ ਜੀ, 2 ਗੱਲਾਂ ਹੁੰਦੀਆਂ, ਇੱਕ ਹੁੰਦਾ ਕਿ ਮੁੱਦਾ ਉਠਾਉਣਾ, ਮੁੱਦਾ ਚੱਕਦਾ, ਠੀਕ ਹੈ ਜੀ। 3-4 ਮੈਂ ਦੇਖੀ ਆ ਵੀਡੀਓਜ਼ ਵੀ ਦੇਖਿਆ ਨਾ, ਆਪਾਂ ਦੇਖ ਰਹੇ ਲਾਈਵ ਚੱਲ ਰਿਹਾ, ਬੋਲਦੇ ਆ, ਮੁੱਦਾ ਬੋਲਿਆ, ਉੱਥੇ ਗੱਲ ਦੱਬ ਗਈ। ਮੁੱਦਾ ਡਿਸਕਸ ਤਾਂ ਨਹੀਂ ਹੋਇਆ, ਮੁੱਦਾ ਵਿਚਾਰਿਆ ਤਾਂ ਗਿਆ ਹੀ ਨਹੀਂ। ਵਿਧਾਨ ਸਭਾ ਬਣੀ ਆ ਵਿਚਾਰਨ ਵਾਸਤੇ, ਜੇ ਮੁੱਦੇ ਸੁਣਾਉਣੇ ਹੋ ਤਾਂ ਤੁਸੀਂ ਮੀਡੀਆ 'ਚ ਆ ਕੇ ਸੁਣਾਈ ਚੱਲੋ, ਕੋਈ ਫਾਇਦਾ ਨਹੀਂ ਨਾ ਉਸ ਚੀਜ਼ ਦਾ। ਮੈਂ ਤੁਹਾਨੂੰ ਕੋਈ ਗੱਲ ਹੀ ਕਹਿਣੀ, ਮੈਂ ਤੁਹਾਨੂੰ ਫੋਨ ਤੇ ਹੀ ਗੱਲ ਕਹਿ ਦੂੰਗਾ ਯਾਰ, ਮੈਂ ਕਹਾਂ ਵੀ ਆ ਯਾਰ ਮੈਂ ਵੀਰੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ, ਦੱਸੀ ਤੇ ਮੈਂ ਹੋ ਗਿਆ। ਜੇ ਮੈਂ ਅੱਗੋਂ ਉਹਦੇ ਵਿਚਾਰ ਚਰਚਾ ਹੀ ਨਹੀਂ ਕਰੀ ਵੀ ਵੀਰੇ ਮੈਨੂੰ ਆਹ ਤਕਲੀਫ ਹੈ, ਇਹਦਾ ਜਦ ਹੱਲ ਹੀ ਨਹੀਂ ਨਿਕਲਿਆ ਕੋਈ, ਫਿਰ ਇੰਨਾ ਪੈਸਾ ਫੂਕਣ ਦਾ ਕੀ ਤੁੱਕ ਬਣਦਾ? ਹੁਣ ਉੱਥੇ ਤਾਂ ਉਹ ਆਪ ਦੀਆਂ, ਉਹ ਤੂੰ ਮੇਰੀ ਅੱਖਾਂ ਵੱਲ ਦੇਖ, ਓਏ ਤੂੰ ਐਂ ਕਰ ਲਾ, ਓਏ ਤੇਰੂ ਆ ਉਹ ਐਂ ਲੱਗਦਾ ਜਿਵੇਂ ਕੋਈ ਮਤਲਬ ਜਦੋਂ ਤਾਂ ਬਾਹਰ ਕੋਈ ਨੌਜਵਾਨ ਕੋਈ ਇੱਦਾਂ ਬੋਲਦਾ ਉਹਨੂੰ ਕਹਿ ਦੇਣਗੇ ਇਹ ਤਾਂ ਜੀ ਗਰਮ ਖਿਆਲੀ ਹੈ, ਤੇ ਆਪ ਹੁਣ ਵਿਧਾਨ ਸਭਾ 'ਚ ਤੁਸੀਂ ਕੀ ਐਗਜ਼ਾਮਪਲ ਸੈੱਟ ਕਰ ਰਹੇ ਹੋ ਬਈ? ਕੀ ਉਦਾਹਰਣ ਪੇਸ਼ ਕਰ ਰਹੇ ਹੋ ਤੁਸੀਂ ਲੋਕਾਂ ਦੇ ਸਾਹਮਣੇ? ਤੁਸੀਂ ਆਏ ਇੱਕ ਦੂਜੇ ਵੱਲ ਉਂਗਲਾਂ ਕਰ ਬੋਲਦੇ ਹੋ ਯਾਰ, ਕੀ ਗੱਲ ਹੈ ਇਹ ਕੋਈ? ਫਿਰ ਬਾਅਦ 'ਚ ਰੋਟੀ ਵੀ ਇਕੱਠੇ ਖਾਈ ਜਾਂਦੇ ਬਾਅਦ 'ਚ ਬੈਠ ਕੇ। ਅੱਛਾ ਸਰਬੰਸ, ਇੱਕ ਆਖਰੀ ਸਵਾਲ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ। ਚਲੋ ਬੋਰਡਾਂ ਦੀ ਗੱਲ ਹੋ ਗਈ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਅਸੀਂ ਵੀ ਖੁਦ ਜ਼ਿੰਮੇਵਾਰ ਹੈਗੇ ਕਿਤੇ ਨਾ ਕਿਤੇ, ਕਿ ਅਸੀਂ ਉਹ ਚੀਜ਼ ਨਹੀਂ ਡਿਲੀਵਰ ਕਰ ਪਾਏ ਜਾਂ ਅਸੀਂ ਉਹ ਚੀਜ਼ ਆਪਣੇ ਬੱਚਿਆਂ ਨੂੰ ਨਹੀਂ ਦੇ ਪਾਏ ਪੰਜਾਬੀ ਮਾਂ ਬੋਲੀ ਲੈ ਕੇ। ਹੁਣ ਤਾਂ ਜਾਂ ਦੇਖਾ ਦੇਖੀ ਬੱਚਿਆਂ ਨੂੰ ਵੀ ਅਸੀਂ CBSE ਸਕੂਲ ਪਾਉਣਾ ਹੈ, ਅਸੀਂ ਇੰਗਲਿਸ਼ ਹੀ ਪੜ੍ਹਾਉਣੀ ਹੈ, ਅਸੀਂ ਹਿੰਦੀ ਪੜ੍ਹਾਉਣੀ ਹੈ, ਪੰਜਾਬੀ ਮਾਂ ਬੋਲੀ ਕਿਤੇ ਹੈ ਨਹੀਂ, ਕਿ ਦੇਖਾ ਦੇਖੀ ਵੀ ਚੱਲ ਗਈ ਹੈ ਘਰਾਂ ਦੇ ਵਿੱਚ। ਬਿਲਕੁਲ, ਦੇਖੋ ਭੇਡ ਚਾਲ ਚੱਲਦੀ ਹੈ, ਸਾਡੀ ਪੰਜਾਬੀਆਂ ਦੀ ਪ੍ਰੋਬਲਮ ਇਹੀ, ਅਸੀਂ 1 ਮਿੰਟ 'ਚ ਭੇਡ ਚਾਲ ਵਾਲੀ ਪਾਸੇ ਨੂੰ ਹੋ ਜਾਂਦੇ ਵੀ ਜਿਹਨੇ ਕੋਈ ਇੱਕ ਗੱਲ ਨਵੀਂ ਖੜੀ ਕਰਤੀ ਉੱਧਰ ਨੂੰ ਭੱਜ ਪੈਂਦੇ ਆ। ਹੁਣ ਦੇਖੋ ਸਾਡੇ ਬਜ਼ੁਰਗਾਂ ਨੇ ਪੰਜਾਬ ਜਦੋਂ ਬਣਾਇਆ, ਪੰਜਾਬੀ ਸੂਬੇ ਦੀ ਲੜਾਈ ਲੜੀ, ਕਿਹਨੂੰ ਕਿਸ ਚੀਜ਼ ਬੇਸ ਤੇ ਲੜੀ, ਕੀ ਲੈ ਕੇ ਲੜੀ? ਵੀ ਸਾਡੀ ਮਾਂ ਬੋਲੀ ਬੋਲਦਾ ਇਲਾਕਾ ਦਿਓ, ਪੰਜਾਬੀ ਮਾਂ ਬੋਲੀ ਬੋਲਦਾ। ਤੇ ਅੱਜ ਅਸੀਂ ਜਿਸ ਭਾਸ਼ਾ ਦੇ ਆਧਾਰ ਤੇ ਅਸੀਂ ਆਪਣਾ ਖਿੱਤਾ ਬਣਾਇਆ, ਪੰਜਾਬ ਬਣਿਆ, ਅੱਜ ਉਸੇ ਭਾਸ਼ਾ ਤੋਂ ਟੁੱਟ ਗਏ। ਠੀਕ ਆ, ਤੋੜਨ ਵਾਲਿਆਂ ਦਾ ਤੋੜਨਾ ਆ, ਉਹ ਤਾਂ ਆਪਣੀ ਸਾਜ਼ਿਸ਼ ਤੇ ਲੱਗੇ ਹੋਏ ਆ, ਆਪਣੀ ਪਾਲਿਸੀ ਤੇ ਚੱਲ ਰਹੇ ਹੋ, ਆਪਣੇ ਪਲਾਨ ਤੇ ਚੱਲ ਰਹੇ ਆ। ਅਸੀਂ ਕੀ ਕਰਦੇ ਆ? ਸਵਾਦ ਤਾਂ ਇੱਥੇ ਆ ਨਾ। ਹੁਣ ਮੇਰੇ ਵਿਆਹ ਦਾ ਕਾਰਡ ਸੀ, ਮੈਨੂੰ RSS ਵਾਲਿਆਂ ਨੇ ਤਾਂ ਨਹੀਂ ਆ ਕੇ ਕਿਹਾ ਵੀ ਅੰਗਰੇਜ਼ੀ 'ਚ ਛਾਪ, ਜਾਂ ਕਿਸੇ ਹੋਰ ਬੰਦੇ ਨੇ ਤਾਂ ਨਹੀਂ ਆ ਕੇ ਕਿਹਾ, ਉਹ ਤਾਂ ਮੈਂ ਆਪਦੀ ਮਰਜ਼ੀ ਨਾਲ ਛਾਪਿਆ, ਉਹ ਤਾਂ ਅਸੀਂ ਅੰਗਰੇਜ਼ੀ 'ਚ ਛਾਪਦੇ ਆ। ਫਿਰ ਕਮੀ ਤਾਂ ਸਾਡੇ 'ਚ ਹੋਈ ਨਾ, ਅਸੀਂ ਦੂਜੇ ਨੂੰ ਤਾਂ ਫੱਟ ਦੇਣੀ ਕਹਿ ਦਿੰਦੇ ਆ ਵੀ ਉਹ ਸਾਡੇ ਤੋਂ ਪੰਜਾਬੀ ਖੋਹ ਲੈ ਗਏ ਜੀ, ਅੰਗਰੇਜ਼ ਸਾਡੇ 'ਚ ਐਂ ਕਰ ਗਏ ਜੀ। ਅੰਗਰੇਜ਼ਾਂ ਨੂੰ ਗਏ ਨੂੰ 76 ਸਾਲ ਹੋ ਚੱਲੇ, ਤੁਸੀਂ ਅੱਜ ਤੱਕ ਮੁੜ ਕੇ ਦੁਬਾਰਾ ਕੀ ਕੀਤਾ? ਗਲਤੀ ਤਾਂ ਕਿਤੇ ਨਾ ਕਿਤੇ ਸਾਡੀ ਆ ਨਾ। ਫਿਰ
ਹਰ ਇੱਕ ਚੀਜ਼ ਦਾ ਭਾਂਡਾ ਜਿਹੜਾ ਉਹ ਸਰਕਾਰ ਤੇ ਭੰਨਣਾ ਗਲਤ ਹੁੰਦਾ। ਲੋਕਾਂ ਦੀ ਕਮੀ ਆ ਵੀ ਅਸੀਂ ਆਪਣੀ ਮਾਂ ਬੋਲੀ ਤੋਂ ਆਪ ਟੁੱਟੇ ਆ। ਅਸੀਂ ਦੇਖਦੇ ਹੀ ਨਹੀਂ। ਸਾਡਾ ਚਲੋ ਠੀਕ ਆ, ਜਵਾਕ ਤੁਹਾਡਾ ਸਕੂਲ 'ਚ ਉਹਨੂੰ ਹਿੰਦੀ ਬੋਲਣ ਤੇ ਪੰਜਾਬੀ ਬੋਲਣ ਦਾ ਜੁਰਮਾਨਾ ਲੱਗਦਾ ਮੰਨ ਕੇ, ਘਰੇ ਆ ਕੇ ਤੁਸੀਂ ਉਹਨੂੰ ਹਿੰਦੀ ਬੋਲਣ ਤੇ ਜੁਰਮਾਨਾ ਲਾ ਦਿਓ। ਤੁਸੀਂ ਕਹੋ ਵੀ ਪੁੱਤ ਪੰਜਾਬੀ ਬੋਲੇਗਾ ਤਾਂ ਮੈਂ ਤੇਰੇ ਨਾਲ ਗੱਲ ਕਰੂੰਗਾ, ਜੇ ਤੂੰ ਹਿੰਦੀ ਬੋਲਦਾ ਮੈਂ ਨਹੀਂ ਗੱਲ ਕਰਦਾ। ਤੁਸੀਂ ਉਧਰ ਨੂੰ ਚੱਲ ਪਓ। ਉਹਦੇ ਨਾਲ ਕੀ ਹੋਊਗਾ, ਬੱਚਾ ਹਿੰਦੀ ਵੀ ਸਿੱਖੂਗਾ। ਅਸੀਂ ਨਹੀਂ ਕਹਿੰਦੇ ਵੀ ਹਿੰਦੀ ਨਾ ਸਿੱਖੋ, ਅਸੀਂ ਤਾਂ ਕਹਿੰਦੇ ਤਾਮਿਲ ਵੀ ਸਿੱਖ ਲਓ, ਜਿਹੜੀ ਮਰਜ਼ੀ ਭਾਸ਼ਾ ਦੀ ਸਿੱਖ ਲਓ। ਹੁਣ ਮੈਂ ਇੱਕ ਤੁਹਾਡੇ ਨਾਲ ਇੱਕ ਹੋਰ ਗੱਲ ਦੱਸਦਾ ਵੀ ਡਿਜ਼ਨੀ ਹੌਟਸਟਾਰ ਇੱਕ ਐਪਲੀਕੇਸ਼ਨ ਹੈ, ਉਹਦੇ ਤੇ IPL ਦੇ ਮੈਚ ਚੱਲਦੇ ਆ, ਹੋਰ ਜਿੰਨੇ ਵੀ ਕ੍ਰਿਕਟ ਮੈਚ ਚੱਲਦੇ ਆ, ਉਹਦੇ 'ਚ ਇੱਕ ਆਪਸ਼ਨ ਹੈ ਲੈਂਗੁਏਜ ਦਾ। ਉਸ ਲੈਂਗੁਏਜ ਦੇ ਆਪਸ਼ਨ ਦੇ ਵਿੱਚ ਤੇਲਗੂ ਵੀ ਹੈਗੀ ਹੈ, ਤਾਮਿਲ ਵੀ ਹੈਗੀ ਹੈ, ਮਲਿਆਲਮ ਵੀ ਹੈਗੀ ਹੈ, ਹਿੰਦੀ ਹੈਗੀ, ਅੰਗਰੇਜ਼ੀ ਹੈਗੀ, 5 ਭਾਸ਼ਾ। ਠੀਕ ਹੈ। ਹੁਣ ਤਾਮਿਲ ਜਿਹੜਾ ਹੈ ਸਟੇਟ ਉਹ ਸਾਡੇ ਤੋਂ ਛੋਟਾ ਹੈ, ਘੱਟ ਹੈ। ਠੀਕ ਹੈ। ਆਈ ਤੇਲਗੂ ਵਾਲੇ ਵੀ ਘੱਟ ਹੈ, ਦੂਜੇ ਮਲਿਆਲਮ ਵਾਲੇ ਵੀ ਘੱਟ ਹੈ। ਉਹ ਆਪਦੀ ਭਾਸ਼ਾ ਉਹ ਹੌਟਸਟਾਰ ਤੱਕ ਲੈ ਗਏ, ਡਿਜ਼ਨੀ ਹੌਟਸਟਾਰ ਤੱਕ। ਅਸੀਂ ਨਹੀਂ ਲੈ ਕੇ ਜਾ ਸਕੇ। ਫਿਰ ਹੁਣ ਕਮੀ ਤਾਂ ਸਾਡੇ 'ਚ ਹੈ ਨਾ। ਉਹ ਬੰਦਿਆਂ ਦਾ ਕੀ ਆ, ਮੈਂ ਪਹਿਲਾਂ ਵੀ ਇੱਕ ਗੱਲ ਦੱਸੀ ਸੀ ਵੀ ਜਦੋਂ ਮੈਂ ਸਾਊਥ 'ਚ ਗਿਆ ਸੀ, ਉੱਥੇ ਮੋਦੀ ਆਇਆ ਤਾਂ ਉੱਥੋਂ ਦਾ CM ਆਪਦੀ ਭਾਸ਼ਾ ਬੋਲਦਾ, ਉਹ ਨਹੀਂ ਹੋਰ ਕੋਈ ਭਾਸ਼ਾ ਬੋਲਦਾ। ਸਾਡੇ ਵਾਲੇ ਉਰੇ ਦੇ ਤੇਰੀ ਦੀ ਹਮਕੋ ਤੋਂ ਆ। ਹੁਣ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਚੱਕ ਲਓ, 30% ਅੰਗਰੇਜ਼ੀ ਬੋਲਦੇ ਹੋਣਗੇ ਵਿੱਚ, 70% ਬੋਲਦੇ ਆ ਪੰਜਾਬੀ, 30% ਗੱਲਾਂ ਇਹਨਾਂ ਦੀਆਂ ਵੀ ਅੰਗਰੇਜ਼ੀ 'ਚ ਹੋਣਗੀਆਂ। ਤਾਂ ਟੁੱਟਦੇ ਅਸੀਂ ਆਪ ਆਪਣੀ ਭਾਸ਼ਾ ਤੋਂ। ਅੱਛਾ ਸਭਾ ਸਾਹਿਬ ਕੋਲ ਟਾਈਮ ਬਹੁਤ ਘੱਟ ਹੈ। ਹੁਣ ਸਵਾਲ ਹੈ ਕਿ ਇੰਨਾ ਕੁਝ ਬੋਲੇ ਹੋ, ਲੋਕ ਕਮੈਂਟ ਕਰਨਗੇ ਤੁਸੀਂ ਪੰਜਾਬੀ ਮਾਂ ਬੋਲੀ ਵਾਸਤੇ ਕੀ ਕੀਤਾ ਹੁਣ ਤੱਕ। ਸਵਾਲ ਤਾਂ ਇਹ ਹੈ ਨਾ, ਤੁਸੀਂ ਬੋਲਦੇ ਹੋ, ਤੁਸੀਂ ਦੱਸ ਵੀ ਰਹੇ ਹੋ, ਲੋਕਾਂ ਨੂੰ ਕਹਿ ਵੀ ਰਹੇ ਹੋ ਤੁਸੀਂ ਵੀ ਗਲਤ ਹੈਗੇ ਹੋ, ਪਰ ਤੁਸੀਂ ਕੀ ਕੀਤਾ ਹੁਣ ਤੱਕ। ਮੈਂ ਦੱਸ ਦਿੰਦਾ ਜੀ, ਮੈਂ 2012 ਦੇ ਵਿੱਚ ਖਾਲਸਾ ਕਾਲਜ ਚੰਡੀਗੜ੍ਹ ਦੇ ਵਿੱਚ ਜਦੋਂ ਐਡਮਿਸ਼ਨ ਲਿੱਤਾ ਸੀ, ਤਾਂ ਉਦੋਂ ਬਾਹਰ ਇੱਕ ਸਾਡੇ ਨਾ ਐਂਟਰੀ ਦੀ ਬੋਰਡ ਸੀਗਾ ਕਾਲੇ ਰੰਗ ਦਾ, ਉਹਦੇ ਉੱਤੇ ਸਿਲਵਰ ਕਲਰ ਦੇ ਵਿੱਚ ਲਿਖਿਆ ਹੋਇਆ, ਚਾਂਦੀ ਦੇ ਕਲਰ ਦੇ ਵਿੱਚ SGGS ਕਾਲਜ ਅੰਗਰੇਜ਼ੀ 'ਚ ਲਿਖਿਆ ਹੋਇਆ ਸੀ। ਤੇ ਮੈਂ ਕਿਹਾ, ਮੈਨੂੰ ਬੜੀ ਤਕਲੀਫ ਹੋਈ। ਮੈਂ ਕਿਹਾ ਯਾਰ ਖਾਲਸਾ ਕਾਲਜ ਹੋਵੇ, ਅੰਗਰੇਜ਼ੀ 'ਚ ਨਾਮ ਨਾ ਹੋਵੇ, ਉਹੀ ਖਾਲਸਾ ਡੈਰੀ ਵਾਲੀ ਗੱਲ ਆ ਗਈ। ਫਿਰ ਅਸੀਂ ਉਦੋਂ 2012 ਦੀ ਇਲੈਕਸ਼ਨ ਜਿੱਤੇ। ਮੇਰਾ ਕਜ਼ਨ ਸੀਗਾ ਸਤਿੰਦਰਪਾਲ ਸਿੰਘ ਰਾਂਝਾ ਕਰਾਲੀ ਤੋਂ, ਉਹ ਪ੍ਰਧਾਨ ਬਣਿਆ। ਪ੍ਰਧਾਨ ਬਣਦੇ ਸਾਰ ਅਸੀਂ ਪਹਿਲੀ ਐਪਲੀਕੇਸ਼ਨ ਸਟੂਡੈਂਟ ਕਾਉਂਸਲ ਵੱਲੋਂ ਜਿਹੜੀ ਆ ਉਹ ਬਣਾ ਕੇ ਲਿਖ ਕੇ ਦਿੱਤੀ ਵੀ ਸਾਡੇ ਕਾਲਜ ਦਾ ਨਾਮ ਜਿਹੜਾ ਬਾਹਰ ਆ ਉਹ ਪੰਜਾਬੀ ਤੇ ਹਿੰਦੀ 'ਚ ਵੀ ਲਿਖਿਆ ਜਾਵੇ, ਕਿਉਂਕਿ ਸਾਡਾ ਚੰਡੀਗੜ੍ਹ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਜਵਾਕ ਵੀ ਆਉਂਦੇ ਆ, ਵੀ ਉਹ ਹਿੰਦੀ ਜਿਹੜੇ ਹਿੰਦੀ ਸਮਝਦੇ ਉਹ ਹਿੰਦੀ ਸਮਝਣ, ਪਰ ਪੰਜਾਬੀ ਸਭ ਤੋਂ ਉੱਪਰ ਲਿਖੀ ਜਾਵੇ। ਅੱਜ ਤੁਸੀਂ ਜਾ ਕੇ ਚੈੱਕ ਕਰ ਲਓ, 2012 ਦੇ ਵਿੱਚ ਅਸੀਂ ਇਹ ਕੰਮ ਕੀਤਾ ਸੀ ਵੀ ਪੰਜਾਬੀ ਸਭ ਤੋਂ ਉੱਪਰ ਲਿਖਾਈ। ਫਿਰ ਉਸ ਤੋਂ ਬਾਅਦ ਅਸੀਂ ਅਕੈਡਮੀ ਬਣਾਈ ਹੈ, ਮਹਿਕ ਦੀਆਂ ਤੰਦਾਂ ਅਕਾਦਮੀ। ਅਸੀਂ ਸੱਭਿਆਚਾਰਕ ਪ੍ਰੋਗਰਾਮ ਕਰਦੇ ਹਾਂ, ਭੰਗੜੇ ਗਿੱਧੇ ਆ, ਪੰਜਾਬੀ ਲੋਕ ਨਾਚ, ਪੰਜਾਬੀ ਲੋਕ ਸੰਗੀਤ ਦੇ। ਸਾਡਾ ਜਿੰਨਾ ਵੀ ਕਾਗਜ਼ੀ ਕਾਰਵਾਈ ਹੋਊਗੀ ਸਾਡੀ ਉਸ ਅਕੈਡਮੀ ਦਾ ਸਾਰਾ ਪੰਜਾਬੀ ਦੇ ਵਿੱਚ ਹੋਊਗਾ। ਜਿੱਥੇ ਮੈਂ ਜਿੱਦਣ ਮੈਂ 2018 ਤੋਂ ਗਾਇਕੀ ਲਾਈਨ 'ਚ ਆ ਗਿਆ, ਮੇਰੇ ਅੱਜ ਤੱਕ ਜਿੰਨੇ ਵੀ ਗੀਤ ਆਏ ਆ, ਤੁਸੀਂ ਮੇਰੇ ਸਾਰੇ ਗੀਤਾਂ ਦੇ ਪੋਸਟਰ ਚੱਕ ਕੇ ਦੇਖ ਲਓ। ਮੈਂ ਨਹੀਂ ਕਹਿੰਦਾ ਮੈਂ ਅੰਗਰੇਜ਼ੀ ਨਹੀਂ ਲਿਖਦਾ, ਪਰ ਨਾਲ ਹਮੇਸ਼ਾ ਪੰਜਾਬੀ ਲਿਖੀ ਹੋਊਗੀ, ਹਮੇਸ਼ਾ ਲਿਖੀ ਹੋਊਗੀ। ਤੁਸੀਂ ਸਾਰੀ ਗੱਲਬਾਤ ਸੁਣੀਏ, ਸਰਬੰਸ ਪ੍ਰਤੀਕ ਸਾਡੇ ਨਾਲ ਸਨ। ਨੌਜਵਾਨ ਨੇ ਜੋ ਗੱਲਾਂ ਕਹੀਆਂ ਨੇ ਪੰਜਾਬੀ ਨੂੰ ਲੈ ਕੇ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ, ਕਿਤੇ ਨਾ ਕਿਤੇ ਉਹ ਸਮਝਣੀਆਂ ਪੈਣੀਆਂ ਨੇ। ਜੇ ਪੰਜਾਬੀ ਮਾਂ ਬੋਲੀ ਅਲੋਪ ਹੋ ਜਾਂਦੀ ਹੈ, ਜਿੰਨਾ ਵੀ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਕਿਤਾਬਾਂ ਨੇ ਉਹ ਕਿਵੇਂ ਪੜ੍ਹਾਂਗੇ। ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਪੜ੍ਹ ਲਾਂਗੇ ਜੇ ਪੰਜਾਬੀ ਨਾ ਆਈ, ਜੇ 35 ਅੱਖਰ ਨਾ ਆਏ। ਤਾਂ ਤਰਕ ਵੀ ਦਿੱਤਾ ਇਹਨਾਂ ਨੇ, ਖੁਦ ਕੀ ਕੀਤਾ ਉਹ ਵੀ ਦੱਸਿਆ। ਤਾਂ ਦੇਖਾਂਗੇ ਕਿ ਜੋ ਕਮੀ ਸਾਡੇ ਵਿੱਚ ਹੈ ਕਿ ਅਸੀਂ ਉਹ ਪੂਰੀ ਕਰ ਲਾਂਗੇ, ਕਿ ਅਸੀਂ ਆਪਣੇ ਬੱਚਿਆਂ ਨੂੰ ਜਾਂ ਬੋਰਡਾਂ ਉੱਤੇ ਪੰਜਾਬੀ ਲਿਖਾਂਗੇ, ਜਾਂ ਅਸੀਂ ਵਿਰੋਧ ਕਰਾਂਗੇ ਜਦੋਂ ਕਿਸੇ ਬੱਚੇ ਨੂੰ ਪੰਜਾਬੀ ਬੋਲਣ ਉੱਤੇ ਜੁਰਮਾਨਾ ਹੁੰਦਾ। ਇਹ ਵਿਚਾਰਨ ਵਾਲੀ ਗੱਲ ਹੈ ਤੇ ਸੋਚਣ ਵਾਲੀ ਗੱਲ ਹੈ।